ਹੈਲੋ ਗਾਇਜ਼, ਵੈਲਕਮ ਟੂ ਮਾਈ YouTube ਚੈਨਲ। ਸੋ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਸਾਡੇ YouTube ਚੈਨਲ ਵਿੱਚ, ਜਿਹਦਾ ਨਾਮ ਉੱਪਰ ਲਿਖਿਆ ਹੋਇਆ ਹੈ। ਸੋ ਮੈਂ ਤੁਹਾਡਾ ਆਪਣਾ ਕੈਪਟਨ, ਤੇ ਅੱਜ ਸਾਡੀ ਯੂਨੀਵਰਸਿਟੀ ਵਿੱਚ ਬਹੁਤ ਹੀ ਕਮਾਲ ਦੇ ਆਰਟਿਸਟ ਆ ਰਹੇ ਨੇ, ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਲਾਈਕ ਕਰਦਾ, ਬਹੁਤ ਜ਼ਿਆਦਾ ਸੁਣਦਾ ਉਹਨਾਂ ਨੂੰ। ਵੀਰ ਸਿੰਘ, ਤੇ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਵੀਰ ਸਿੰਘ ਉਹਨਾਂ ਨਾਲ, ਤੇ ਮਿਲਦੇ ਆਡੀਟੋਰੀਅਮ ਵਿੱਚ। ਸੋ ਗਾਇਜ਼, ਅਸੀਂ ਪਹੁੰਚ ਚੁੱਕੇ ਹਾਂ ਜੀ ਕਲਾਸ ਵਿੱਚ, ਕਿਉਂਕਿ ਹਜੇ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ। ਵੀਰ ਸਿੰਘ ਜੀ ਹੁਣੀ ਹੋ ਰਹੇ ਨੇ ਲੇਟ, ਅਤੇ ਉਹਨਾਂ ਦੀ 11 ਵਜੇ ਐਂਟਰੀ ਹੈ ਯੂਨੀਵਰਸਿਟੀ, ਅਤੇ 1 ਵਜੇ ਤੱਕ ਉਹਨਾਂ ਨੇ ਇੱਥੇ ਰਹਿਣਾ ਆ। ਅਤੇ ਇਸ ਕਰਕੇ ਹੁਣ ਅਸੀਂ ਸੋਚਿਆ ਕਿ ਅਸੀਂ ਆਪਣਾ ਮਾੜਾ ਮੋਟਾ ਕੰਮ ਕਰ ਲਈਏ। ਕਲਾਸ 'ਚ ਆ ਕੇ ਬੈਠ ਗਏ ਹਾਂ। ਕਿਤੇ ਖੇਵੇ ਇੱਦਾਂ ਬੁਲਾ ਮਾੜਾ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਵਧੀਆ ਵਧੀਆ। ਲਓ ਜੀ, ਸਾਡੇ ਭਾਜੀ ਆ ਗਏ, ਅਮਨ ਭਾਜੀ ਹੁਣੀ, ਅਤੇ ਗਿੱਲੇ ਹੋ ਗਏ ਪੂਰੇ। ਗਿੱਲੇ ਹੋ ਗਏ, ਮੀਂਹ ਬਹੁਤ ਪੈਂਦਾ ਅੱਜ। ਦੇਖੋ ਹੁਣ ਭਾਜੀ ਹੁਣ ਕਰਨਾ ਕੱਪੜੇ ਚੇਂਜ। ਭਾਜੀ ਮਿਲਦੇ ਆਪਾਂ ਉੱਪਰ ਜਾ ਕੇ, ਠੀਕ ਹੈ? ਤੂੰ ਪਹਿਲਾਂ ਬਣਾ ਲਾ, ਮੇਰੇ ਨੂੰ ਕੱਪੜੇ ਚੇਂਜ ਕਰਦੇ ਨਹੀਂ ਬਣਾ ਲੈ। ਆਜੋ ਆਜੋ ਆਜੋ। ਸੋ ਗਾਇਜ਼, ਮੇਰੇ ਵੱਡੇ ਭਾਜੀ ਐਂਡ ਸਾਹਿਬ ਜੀ ਹੁਣੀ, ਤੇ ਇਹ ਮੇਰੇ ਕੋਲ ਆਏ ਆ। ਇਹਨਾਂ ਨੇ ਐਡਮਿਸ਼ਨ ਹੋਣੀ ਸੀ, ਜਿਹਦੇ ਵਾਸਤੇ ਪੁੱਛਣਾ ਸੀਗਾ। ਤੇ ਇਹ ਮੇਰਾ ਸ਼ਿਵਾ ਭਾ, ਤੇ ਹੁਣ ਅਸੀਂ ਚੱਲੇ ਆਡੀਟੋਰੀਅਮ ਦੇ ਵਿੱਚ, ਤੇ ਮਿਲਦੇ। ਸੋ ਫਾਈਨਲੀ ਸਾਨੂੰ ਅੱਧਾ ਘੰਟਾ ਹੋ ਚੁੱਕਾ ਵੇਟ ਕਰਦਿਆਂ ਨੂੰ, ਤੇ ਵੀਰ ਸਿੰਘ ਜੀ ਹੁਣੇ ਅਜੇ ਤੱਕ ਸਾਡੀ ਕਲਾਸ ਇੱਥੇ ਆਡੀਟੋਰੀਅਮ ਵਿੱਚ ਨਹੀਂ ਪਹੁੰਚੇ। ਸਾਰੇ ਜਣੇ ਵੇਟ ਕਰ ਰਹੇ ਆ। ਦੇਖੋ It's all about observation. आप कुछ ऑब्जर्व करते हैं और कैसे उसको अपने वर्ड्स में या अपनी आर्ट फॉर्म के जरिए आप रिप्रेजेंट कर पाते हैं। मैं जो मेरे गीत की शुरुआत है, जो लिखने की शुरुआत है मेरी, सो आई वॉज इन 6th स्टैंडर्ड, और मेरा फ्रेंड था गुरिंदर, उसके साथ मेरी कुछ नोक-झोंक चल रही थी, कुछ फाइट थी मेरी। सो आई रोट अ लेटर टू हिम, और वो लेटर जो थी वो तुकबत्ती में थी। तो वहाँ से मैंने शुरू किया था अपने सफर को। बेसिकली अगर हमारे अंदर कोई इमोशंस हैं और वो हमें बाहर निकालना जी, तो क्या तभी हम लिख सकते हैं? दुनिया का कोई भी आर्ट है, इट्स एक्चुअली इंटरप्रिटेशन ऑफ व्हाट यू फील इनसाइड। आपके इमोशन को भी उजागरित करने का जरिया है आपका। वो चाहे पेंटिंग हो, वो चाहे एनिमेशन हो, वो चाहे फिल्म मेकिंग हो, वो चाहे गीत लिखना हो, चाहे गाना हो, वो आपके अंदर के एहसास की ही एक लैंग्वेज की डिस्कशन आप बाहर से करिए। ਤੁਸੀਂ ਸਾਰਿਆਂ ਨੂੰ ਅੰਦਰ ਪਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਅੰਦਰ ਉਹ ਚੀਜ਼ ਹੈ। ਮੇਰਾ ਮੋਟਿਵ ਇੱਥੇ ਆਉਣ ਦਾ ਇਹੀ ਹੈ। ਕੋਸ਼ਿਸ਼ ਕਰਿਓ ਤੁਸੀਂ ਸਾਰੇ ਨਾ, ਇੱਕ ਵਾਰੀ ਡਾਕਟਰ ਅਬਦੁਲ ਕਲਾਮ ਬਾਰੇ ਪਤਾ ਤੁਹਾਨੂੰ ਸਾਰਿਆਂ ਨੂੰ? ਉਹਨਾਂ ਦੀ ਇੱਕ ਆਦਤ ਸੀਗੀ, ਉਹਨਾਂ ਕੋਲ ਜਦੋਂ ਵੀ ਟਾਈਮ ਹੁੰਦਾ ਸੀਗਾ ਉਹ ਬੱਚਿਆਂ ਨਾਲ ਬੈਠਦੇ ਸੀਗੇ, ਕਾਨਫਰੰਸਿਸ ਕਰਦੇ ਸੀਗੇ, ਔਰ ਬੱਚਿਆਂ ਨਾਲ ਆਪਣੇ ਐਕਸਪੀਰੀਐਂਸਿਸ ਸ਼ੇਅਰ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਸੀਗੇ। ਉਹ ਸਾਰੀਆਂ ਕਾਨਫਰੰਸਿਸ YouTube ਤੇ ਅਵੇਲੇਬਲ ਹੈਗੀਆਂ ਨੇ, ਸੈਮੀਨਾਰਸ ਅਵੇਲੇਬਲ ਨੇ, ਤੁਸੀਂ ਜ਼ਰੂਰ ਉਹਨਾਂ ਨੂੰ ਸੁਣਿਓ ਔਰ ਸਿੱਖਣ ਦੀ ਕੋਸ਼ਿਸ਼ ਕਰਿਓ। ਹੁਣ ਤੁਸੀਂ ਕਾਲਜ ਵਿੱਚ ਆ ਚੁੱਕੇ ਹੋ ਤਾਂ ਸਕੂਲ ਵਾਲੇ ਬੱਚਿਆਂ ਨੂੰ ਸਿਖਾ ਸਕਦੇ ਹੋ। ਸਾਨੂੰ ਰਲ ਮਿਲ ਕੇ ਅਸੀਂ ਸਾਰੇ ਕਹਿੰਦੇ ਤਾਂ ਕਿ ਅਸੀਂ ਚੰਗੇ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਪਰ ਅਸੀਂ ਚੰਗੇ ਹੋਣ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਾਂਗੇ ਤਾਂ ਛੇਤੀ ਹੋ ਜਾਏਗਾ। ਸੋ ਇਸ ਕਰਕੇ ਮੈਂ ਕਹਿੰਦਾ ਕਿ ਆਪਣੇ ਆਲੇ ਦੁਆਲੇ ਨੂੰ ਸੈਲਫ ਐਨਾਲਿਸਿਸ ਕਰੀਏ, ਅਸੀਂ ਕਿੱਥੇ ਗਲਤ ਹਾਂ, ਸਾਡੇ ਨਾਲ ਦੇ ਕਿੱਥੇ ਗਲਤ ਆ। ਜਿੱਥੇ ਅਸੀਂ ਗਲਤ ਹਾਂ ਆਪਣੇ ਆਪ ਨੂੰ ਟੋਕੀਏ ਪਹਿਲਾਂ, ਫਿਰ ਨਾਲਿਆਂ ਨੂੰ ਟੋਕੀਏ, ਤੇ ਫਿਰ ਸੋਸਾਇਟੀ ਨੂੰ ਟੋਕੀਏ, ਤੇ ਇਹਦੇ ਤਰੀਕੇ ਨਾਲ ਹੀ ਫਿਰ ਆਪਾਂ ਸਾਰੇ ਰਲ ਮਿਲ ਕੇ ਇੱਕ ਸੋਹਣਾ ਸਮਾਜ ਸਿਰਜਣਾ। ਠੀਕ ਹੈ ਜੀ? सर किसी भी क्लास को एक लेटर से शुरुआत की कि उस टाइम की कोई भी कविता या पोइट्री किसी लिखी हो मुझे तब याद है ना तो मैंने याद आता ना सुना योगी ने क्या वो बचपन दिया करना है तो था इधर उधर पढ़ने में क्या आता है। ठीक है सर। मैं जानना चाहूँगी कि तेरे परिवार का बहुत योगदान होगा जो तुसी ये गाने लिख रहे हैं। मेरे क्वेश्चन पेपर से ये था ना गाने लिखे हुए सीधे आंसर शीट खाली सी। सो वो एक तो मेरी गल पढ़ी गई, उस तो बाद मेरी डायरीज मम्मी ने लगा रही सी। फिर डायरीज रख के मैंने लग गया कि मैंने वो डायरीज नहीं मिलनियां, मेरा सारा जिन्ना मैं लिखा सी खत्म। पर पंजवें दिन मैंने डायरीज वापस करती सी मेरी मां ने, और ये कह दिया कि तू लिखता वाकई बहुत सोहना, पर नाल दे नाल पढ़ लिया कर, जेडे काम स्कूल दा ना वो कर लिया कर, है ना। सो वो पढ़न तो बाद उन्होंने पता लग गया सी कि नहीं ही इज इनटू दिस।
इन्हें करना ही करना है, वो रोकिया नहीं जा सकता। सो ये मैं कहूँगा कि डेडिकेशन के उत्ते है थोड़ी कि तुसी अपने आर्ट ਨੂੰ ਕਿੰਨਾ ਕੁ ਜੀ ਪਾ ਰਹੇ ਹੋ, ਕਿੰਨਾ ਕੁ ਵੀ ਅੰਦਰ ਰਚੇ ਹੋਏ ਹੋ, ਕਿਉਂਕਿ ਤੁਸੀਂ ਸਾਰੇ ਮੈਨੂੰ ਲੱਗਦਾ ਮਾਸ ਕਮਿਊਨੀਕੇਸ਼ਨ ਨਾਲ ਜਰਨਲਿਜ਼ਮ ਨਾਲ ਜ਼ਿਆਦਾ ਕਨੈਕਟਡ ਹੋ, ਤਾਂ ਇਹਦੇ 'ਚ ਇੱਕ ਹੀ ਚੀਜ਼ ਸਮਝਣ ਦੀ ਲੋੜ ਹੈ ਕਿ ਅਸੀਂ ਦਿਖਾਉਣਾ ਕੀ ਚਾਹੁੰਦੇ ਹਾਂ, ਅਸੀਂ ਅੰਦਰ ਮਹਿਸੂਸ ਕੀ ਕਰ ਰਹੇ ਹਾਂ, ਅਸੀਂ ਕਿਸ ਲੈਂਗੁਏਜ ਦੇ ਬੰਦੇ ਹਾਂ, ਉਹ चीज़ ਨੂੰ अडॉप्ट करना और वो सीरियसनेस बना के रखना बहुत जरूरी है। आपने कहा कि जो भी हम लिखते हैं या प्रेजेंट करते हैं, ये किसी भी आर्ट फॉर्म में, तो बेसिकली हम ये प्रेजेंट कर रहे हो तो हम क्या सोचते हैं। तो सर जैसे आपके दो गाने हैं, एक तो चंगा है और एक तो मेरा तो सर उसमें आप बेसिकली क्या सोचते हैं, मतलब उस गाने का सफ़र कैसा रहा, खासकर मेरा भी कैसे गाने का, क्या आपको किस चीज़ ने इंस्पायर किया कि मुझे ये चीज़ें जो समाज की हैं इसको मुझे प्रेजेंट करना है। मैं कल एक छोटा जिहा इंसिडेंट तुहानूं दसदा। कल असीं मोगे तो वापस आ रहे सी, मैं ते मेरा ब्रदर दोनों रस्ते च आउंदे रेंज रोवर गड्डी नूं ठोकिया सी किसी ने पिछों। हुण गलती दोवां चों मैनूं पता नहीं किस दी सी, पर ऑन द स्पॉट जिहड़ी चीज़ मैं देखी कि जिहड़े बंदे ने पिछों गड्डी मारी सी वो एक ड्राइवर सीगा, वो एक जिहड़े मिनी ट्रक हुंदे वो चला रहा सीगा, और वो उस बंदे के पैरी भी हाथ ला रहे सी, हाथ भी जोड़ रहे सी कि मेरे को गलती हो गई, मैनूं माफ कर दो। पर की जे पिछले वाला भी रेंज रोवर च हुंदा तो की ये चीज़ इदां हुंदी, चाहे गलती पिछले वाले की नहीं होती, पर की इदां हुंदा। वो सिर्फ इस करके सी क्योंकि दोवां दे सोशल स्टेटस दे विच या फाइनैशियल स्टेटस दे लिए ਉਹਦੇ ਚ डिफरेंस बहुत ज़्यादा, ਅਸੀਂ ਬੰਦੇ ਨੂੰ ਬੰਦਾ नहीं समझते। मैं अपने बचपन ਦੇ ਵਿੱਚ ਇੱਕ ਚੀਜ਼ ਦੇਖੀ ਸੀ ਕਿ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਦੁੱਧ ਜਦੋਂ ਪੀਤਾ ਤਾਂ ਉਹਦੇ ਚ ਇੰਨਾ ਵੱਧ ਗਿਆ, मैं ਹੁਣ ਪੀ नहीं सकता सी। मां ने कहा नहीं तेन पीना पैना, पीएगा नहीं तो ਵੱਡਾ कितना होगा। और एट द सेम टाइम ਸਾਡੇ ਘਰ 'ਚ ਜਿਹੜੀ ਆਂਟੀ ਕੰਮ ਕਰਦੇ ਸੀ ਕਿ ਦੁੱਧ ਲੈਣ ਆਏ ਤੇ ਜਿੰਨਾ ਦੁੱਧ ਵਧਿਆ ਹੋਇਆ ਸੀ ਨਾ ਉਹਨਾਂ ਹੀ ਤਕਰੀਬਨ ਮਾਂ ਨੇ ਸੁੱਚਾ ਦੁੱਧ ਕੱਢ ਕੇ ਨਵੀਂ ਗਲਾਸੀ 'ਚ ਪਾ ਕੇ ਉਹਨਾਂ ਨੂੰ ਦਿੱਤਾ। ਤੇ ਮੈਂ ਮਾਂ ਨੂੰ ਕਿਹਾ, ਮੈਂ ਕਿਹਾ ਮਾਂ ਮੈਂ ਇੰਨਾ ਦੁੱਧ ਛੱਡਿਆ ਤੇ ਉਹਨੂੰ ਇੰਨਾ ਮਿਲ ਰਿਹਾ, ਤੇ ਇੰਨੇ ਦੁੱਧ ਨਾਲ ਸਾਰੇ ਟੱਬਰ ਨੇ ਚਾਹ ਪੀਣੀ ਹੈ, ਕਿੱਦਾਂ ਪੋਸੀਬਲ ਹੈ। ਤੇ ਮੇਰੀ ਮਾਂ ਨੇ ਕਿਹਾ ਇਹ ਪੁੱਤ ਇਦਾਂ ਹੀ ਉਹਨਾਂ ਨੇ ਕਿਸੇ ਹੋਰ ਦੇ ਘਰੋਂ ਵੀ ਲਿਆ ਹੋਣਾ। ਮੈਂ ਕਿਹਾ ਜੋ ਮਰਜ਼ੀ ਹੋਵੇ, ਮੈਂ ਜੇ ਇੰਨਾ ਪੀ ਸਕਦਾ ਤਾਂ ਮੈਂ ਕਾਹ ਤੋਂ ਇੰਨਾ ਹੀ ਪੀਵਾਂਗਾ, ਜਿਹੜਾ ਇੰਨਾ ਮੇਰਾ ਰੋਜ਼ ਵੱਧਦਾ ਹੈ ਨਾ ਉਹ ਤੁਸੀਂ ਆਂਟੀ ਨੂੰ ਦੇ ਦਿਆ ਕਰੋ। ਤੇ ਉਸ ਤੋਂ ਅਗਲੇ ਦਿਨ ਮੇਰੀ ਮਾਂ ਨੇ ਦੁੱਧ ਤੱਕ ਦੇਣਾ ਸ਼ੁਰੂ ਕਰ ਦਿੱਤਾ ਸੀਗਾ। ਸੋ ਇਦਾਂ ਹੀ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਅਸੀਂ ਜਿਹੜੇ ਸਮਾਜ ਨੂੰ ਸਾਡੀ ਪ੍ਰੋਬਲਮ ਪਤਾ ਕੀ ਹੈ। ਜੇ ਮੇਰਾ ਡਰਾਈਵਰ ਹੈ ਨਾ ਤਾਂ ਜੇ ਮੈਨੂੰ ਲੱਗਦਾ ਕਿ ਜੇ ਇਹ ਵੀ ਮੇਰੇ ਬਰਾਬਰ ਹੋ ਗਿਆ ਤਾਂ ਮੇਰੀ ਗੱਡੀ ਕੌਣ ਚਲਾਊਗਾ। ਪ੍ਰੋਬਲਮ ਸਿਰਫ ਇੰਨੀ ਹੈ, ਅਸੀਂ ਬਰਾਬਰ ਤਾਂ ਖੁਦ ਹੀ ਨਹੀਂ ਚਾਹੁੰਦੇ। ਜੇ ਅਸੀਂ ਚਾਹੁੰਦੇ ਹੁੰਦੇ ਅਸੀਂ ਹੁਣ ਤੱਕ ਲੈ ਲੈਣੀ ਸੀ। ਅਸੀਂ ਚਾਹੁੰਦੇ ਹਾਂ ਸਾਨੂੰ ਕੰਮ ਕਰਨ ਵਾਲੇ ਮਿਲਣ, ਅਸੀਂ ਆਪਣੇ ਕੰਮ ਆਪ ਕਰਕੇ ਖੁਸ਼ ਹੋਈਏ। ਅਸੀਂ ਤੁਸੀਂ ਇਹ ਵੀ ਦੇਖੋ ਕਿ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਫਿਜ਼ੀਕਲ ਤੇ ਮੈਂਟਲ ਜੌਬ ਦੇ ਵਿਚਕਾਰ ਡਿਫਰੈਂਸ ਬਹੁਤ ਜ਼ਿਆਦਾ ਹੈ। ਉਹ ਡਿਫਰੈਂਸ ਦਾ ਕਾਰਨ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਗੱਡੀ ਠਹਿਰ ਜਾਏ, ਜੇ ਮੈਂ ਥੋੜਾ ਜਿਹਾ ਉੱਚਾ ਹੋਇਆ ਤਾਂ ਬਾਕੀ ਗੱਲ ਤਾਂ ਨਹੀਂ ਹੋਣੀ। ये चीज़ हमें दिमाग में कभी नहीं, क्योंकि एंटरटेनमेंट ज़्यादा गानों में आजकल देखने को मिलता है और मैसेज कम देखने को मिलता है। तो थैंक यू सर उस गाने के लिए, बहुत बहुत थैंक यू। मुझे लगता है आप लोगों ने भी सुना होगा वो गाना और काफ़ी सही अच्छा गाना है। सर मेरा अगला क्वेश्चन है कि तुसी कदों मैं कुछ देना था चाहता सी पर मुझे नहीं पता सी कहाँ सी, पर मैं गाना देखा सी वो भी उन्होंने दिता नहीं, तो आज तक पता भी नहीं कि गाना वो लिखा है। दैट्स अमेजिंग सर। ਸੋ ਜਦੋਂ ਤੁਹਾਡਾ ਰੁਝਾਨ ਗਾਇਕੀ ਤੇ ਲਿਰਿਸਿਸਟ ਹੈਗਾ ਤੇ ਤੁਸੀਂ ਪੜ੍ਹਾਈ ਬੀਟੈਕ ਦੀ ਕੀਤੀ ਹੈ ਤੇ ਤੁਸੀਂ ਐਮਬੀਏ ਵੀ ਹੈਗੇ ਤੇ ਇਹ ਸਫ਼ਰ ਕਿੱਦਾਂ ਬਦਲਾਅ ਹੋਇਆ? ਪਹਿਲਾਂ ਤਾਂ ਮੈਂ ਦੱਸਦਾ ਮੈਂ ਐਮਬੀਏ ਹੈ ਨਹੀਂ ਜੀ, ਮੈਂ ਐਡਮਿਸ਼ਨ ਜ਼ਰੂਰ ਲਈ ਸੀ ਪਰ ਕੰਪਲੀਟ ਨਹੀਂ ਕੀਤੀ ਬਿਕਾਜ਼ ਮੈਂ ਇਸ ਪਾਸੇ ਜ਼ਿਆਦਾ ਹੋ ਗਿਆ ਸੀਗਾ। ਗਾਇਕੀ ਨਾਲ ਔਰ ਗੀਤਕਾਰੀ ਨਾਲ ਮੇਰਾ ਪਿਆਰ ਬਚਪਨ ਤੋਂ ਸੀਗਾ, ਬਟ ਹੌਲੀ ਹੌਲੀ ਕਰਦੇ ਮੈਂ ਇਹਨੂੰ ਪ੍ਰੋਫੈਸ਼ਨ 'ਚ ਹੀ ਲੈਂਦਾ ਹੈ। कदों आया ही नहीं मैंने पता लगे कि दिस वाज द टाइम कि जब मैं प्रोफेशनली हो गया। बस मैंने इतना पता सी कि मुझे एक ही काम होता है तो यही होगा। जे इंजीनियर बनता तो मेरे बनाए हुए पॉलिटेक्निक बने सी, सो मैं नहीं बनया। थैंक यू। हाँ जी बोलो। हाँ जी लिखे हुए सुनाओ। पन्ना मेरी निगाह पर
तेरे छूने पे कुछ है, कोई बेचैन आंखें मेरी तुझे देखने में कुछ नहीं, तुम मुड़कर तो देखा करो, कुछ इश्क की कुमारी है, दवा कहाँ मिले मुझे इसकी, बड़ी संगीन बीमारी है, उस जान से तुझे कहने को कर दी, तुझे मेरा सामना ना समझ, तू कॉफी पीने वाली मुझे चाय और विजय को ना विजय ना विजय एक मिनट और स्टेज ਤੇ ਵਿਜੇ ਜਦੋਂ ਤੁਸੀਂ ਇਹ ਗੀਤ ਲਿਖਿਆ ਸ਼ੇਅਰ ਲਿਖਿਆ ਤੁਸੀਂ ਜਦੋਂ ਤਾਂ ਤੁਹਾਡੇ ਦਿਮਾਗ 'ਚ ਕੀ ਸੀ ਆਬਜ਼ਰਵ ਕਰ ਰਹੇ ਸੀ ਸੋ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਜੀ ਇਟਸ ਆਲ ਅਬਾਊਟ ਆਬਜ਼ਰਵੇਸ਼ਨ ਥੈਂਕ ਯੂ ਵਿਜੇ ਤੁਸੀਂ ਜਵਾਬ ਦੇ ਦਿੱਤਾ ਮੈਂ ਥੋੜਾ ਜਿਹਾ ਐਕਸਪਲੇਨ ਕਰਦਾ ਇਸ ਚੀਜ਼ ਨੂੰ ਐਰਿਸਟੋਟਲ ਦੀ ਨਾ ਇੱਕ ਕਿਤਾਬ ਹੈ ਪੋਇਟਿਕਸ ਜਿਹੜੇ ਬੰਦੇ ਵੀ ਲੇਖਣ 'ਚ ਇੰਟਰਸਟ ਰੱਖਦੇ ਉਹਨਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਪੋਇਟਿਕਸ ਦੇ ਵਿੱਚ ਐਕਸਪਲੇਨੇਸ਼ਨ ਹੈ ਕਿ ਇਟਸ ਅਬਾਊਟ ਕਿ ਕੋਈ ਕਵੀ ਸਿਰਫ ਇਸ ਕਰਕੇ ਲਿਖਦਾ ਹੈ ਕਿ ਉਹਨੂੰ ਵਾਹਵਾਹੀ ਮਿਲੇ ਕੋਈ ਇਸ ਕਰਕੇ ਕਵੀ ਬਣ ਜਾਂਦਾ ਹੈ ਕਿ ਉਹਨੂੰ ਪੈਸਾ ਚਾਹੀਦਾ ਹੈ ਸ਼ੋਹਰਤ ਚਾਹੀਦੀ ਹੈ ਪੁਰਾਣੇ ਸਮੇਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਦੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਜੀ ਜਿੱਦਾਂ ਕਿ ਨਾ ਬਹੁਤ ਵਾਰੀ ਇਦਾਂ ਟਾਈਮ ਹੋਇਆ ਕਿ ਫੈਮਿਲੀ ਕਰਨ ਲਈ ਕਿ ਵੀ ਤੁਸੀਂ ਲਿਖਦੇ ਰਹਿਣਾ ਕੀ ਲਿਖਦਾ ਰਹਿਣਾ ਕੁਝ ਹੋਣਾ ਤਾਂ ਹੈ ਨਹੀਂਗਾ ਤੂੰ ਕੀ ਲਿਖਦਾ ਰਹਿਣਾ ਮਤਲਬ ਜੇ ਤੁਹਾਡੀ ਜ਼ਿੰਦਗੀ ਚ ਤੁਹਾਡਾ ਟਾਈਮ ਫੇਸ ਆਇਆ ਤੇ ਤੁਸੀਂ ਉਹਨੂੰ ਕਿੱਦਾਂ ਫੇਸ ਕੀਤਾ ਉਹਦੇ ਦੋ ਹੀ ਤਰੀਕੇ ਨੇ ਪਹਿਲਾ ਤੇ ਇਹ ਤਾਂ ਆਪਣੇ ਦਿਲ ਦੀ ਮੰਨ ਲਓ ਦੂਸਰਾ ਇਹ ਤਾਂ ਕਰਦੇ ਦੀ ਮੰਨ ਲਓ ਬਿਲਡਿੰਗ ਵਿੱਚ ਜ਼ਿਆਦਾ ਬੈਠ ਰਹੇ ਬਸ ਗੱਲ ਖਤਮ ਬੜੀ ਕਲੈਰਿਟੀ ਨਾਲ ਚੱਲਣ ਦੀ ਲੋੜ ਹੁੰਦੀ ਜ਼ਿੰਦਗੀ ਜੇ ਤੁਹਾਨੂੰ ਵਾਕਿਆ ਹੀ ਪਤਾ ਹੈ ਨਾ ਦੇਖੋ ਜਦੋਂ ਦੁਰਦਾ ਹੋਵੇ ਨਾ ਜਦੋਂ ਲੱਗਦਾ ਹੋਵੇ ਕਰਾਂ ਨਹੀਂ ਕਰਾਂ ਇਹਦਾ ਮਤਲਬ ਤੁਹਾਡਾ ਕੌਨਫੀਡੈਂਸ ਨਹੀਂ ਹੈਗਾ ਜਦੋਂ ਹੋਵੇ ਨਾ ਫਿਰ ਪਤਾ ਹੁੰਦਾ ਕਰਨਾ ਹੀ ਹੈ ਬਸ ਜੇ ਤੁਹਾਡੇ ਮਨ 'ਚ ਆਈ ਹੈ ਗੱਲ ਹੈ ਨਾ ਤੁਸੀਂ ਕਰਨਾ ਚਾਹੁੰਦੇ ਹੋ ਲਿਖਣਾ ਚਾਹੁੰਦੇ ਹੋ ਤਾਂ ਬਸ ਲਿਖੋ ਤੁਹਾਡੀ ਡੈਡੀਕੇਸ਼ਨ ਆਪਣੇ ਆਪ ਸਾਹਮਣੇ ਆ ਜਾਣੀ ਹੈ ਉਹਦੇ ਉੱਤੇ ਕੰਮ ਹੀ ਇੰਨਾ ਕਰ ਦਿਓ ਕਿ ਤੁਹਾਡੇ ਵਰਗਾ ਹੋਵੇ ਕੋਈ ਠੀਕ ਹੈ ਜਿੱਦਾਂ ਸਰ ਮੈਂ ਲਿਖਿਆ ਸੀਗਾ ਕਿ ਵੀ ਮੈਂ ਕਲਮ ਖਰੀਦਣ ਦੇ ਲਈ ਆਪਣੇ ਸੁਪਨੇ ਦੇਖੇ ਕਲਮ ਐਸੀ ਚੰਦਰੀ ਉਹਨੇ ਫਿਰ ਸੁਪਨੇ ਦੇਖੇ ਜੋ ਕਲਮ ਵੀ ਦੇਖੇ ਕੁਝ ਹੋਰ ਕੋਈ ਹੋਰ ਨਾ ਦੇਖੇ कलम ने मेरी जेब पर रोक के देखा विच कई पात्र देखे मैं कलम खरीदने के लिए अपने सुपने बेचे कलम कैसी चंदरिया ने फिर सुपने देखे ते मेरे फैमिली ने यही रखा विषय कि भी तू लगता नहीं साढ़े घर का मतलब पता नहीं तू की लिखना रहना सारे ना मतलब अलग चीज़ा करता है पेंटिंग दे विच पै गया लिखने दे विच पै गया मतलब ਆਪਾਂ ਜਿੱਥੋਂ ਉੱਠਦੇ ਆ ਉਹ ਬਹੁਤ ਛੋਟੀਆਂ ਜਗ੍ਹਾ ਮੇਰੇ ਘਰ ਦੇ ਵਿੱਚ ਨਾ ਮੇਰੇ ਦਾਦਾ ਜੀ ਵੀ ਗਵਰਨਮੈਂਟ ਆਫੀਸਰ ਸੀਗੇ ਮੇਰੇ ਡੈਡ ਵੀ ਗਵਰਨਮੈਂਟ ਆਫੀਸਰ ਨੇ ਮੇਰੇ ਮਦਰ ਟੀਚਰ ਸੀਗੇ ਗਾਉਣ ਵਜਾਉਣ ਨਾਲ ਦੂਰ ਨੇੜੇ ਤੱਕ ਕੋਈ ਤਾਲੁਕਾਤ ਨਹੀਂ ਹੈ ਠੀਕ ਹੈ ਸ਼ੁਰੂ ਜਦੋਂ ਕੀਤਾ ਸੀ ਤਾਂ ਅਣਗੌਂਡ ਕਹਿੰਦਾ ਸੀਗਾ ਕਿ ਉਹਨਾਂ ਦਾ ਮੁੰਡਾ ਪੁੱਠੇ ਕੰਮੀ ਚਾਹੀਦਾ ਇਹ ਪਤਾ ਨਹੀਂ ਕੀ ਬਣੂਗਾ ਇਹਦਾ ਇਹ ਤਾਂ ਪੈਸੇ ਵੇਸਟ ਕਰਾ ਕੇ ਕਰਦੇ ਨੇ ਜਿਹੜੇ ਜੋੜੇ ਆ ਉਹ ਉਜਾੜੂਗਾ ਠੀਕ ਹੈ ਪਰ ਮੈਂ ਆਪਣੀ ਲੀਕ ਤੇ ਤੁਰਿਆ ਰਿਹਾ ਗੱਲਾਂ ਤਾਂ ਸਮਾਜ ਨੇ ਕਰਨੀਆਂ ਹੁੰਦੀਆਂ ਉਹ ਸਮਾਜ ਦੇ ਪ੍ਰਭਾਵ ਹੇਠ ਆ ਕੇ ਮਾਪੇ ਵੀ ਕਰ ਜਾਂਦੇ ਨੇ ਕੋਈ ਗੱਲ ਨਹੀਂ ਦਿਲ ਤੇ ਨਹੀਂ ਲੈਣਾ ਪਰ ਆਪਣੇ ਆਰਟ ਨੂੰ ਸੰਭਾਲ ਕੇ ਰੱਖਣਾ ਉਹਦੇ ਤੇ ਇੰਨੀ ਕੁ ਮਿਹਨਤ ਕਰੋ ਨਾ ਕਿ ਤੁਹਾਡੇ ਵਰਗਾ ਹੋ ਵੀ ਕੋਈ ਥੈਂਕ ਯੂ ਗॉड ਬlesਸ ਮੈਂ ਕੰਮ ਕੀਤਾ ਹੈ ਮੈਂ ਕਦੀ ਮਾਯੂਸ ਨਹੀਂ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਮੈਂ ਖੁਦ ਗਾਉਣ ਕਰਕੇ ਵੀ ਮੈਨੂੰ ਹਮੇਸ਼ਾ ਇਹ ਹੈ ਕਿ ਮੇਰੇ ਗਾਣੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਔਰ ਦਿਲਜੀਤ ਭਾਜੀ ਨਾਲ ਕੰਮ ਕੀਤਾ ਚੰਗਾ ਲੱਗਿਆ ਜਿਮੀ ਸ਼ੇਰਗਿਲ ਭਾਜੀ ਨਾਲ ਕੰਮ ਕੀਤਾ ਚੰਗਾ ਲੱਗਿਆ ਠੀਕ ਹੈ ਸਾਰੇ ਚੰਗੇ ਨੇ ਆਪਣੀ ਆਪਣੀ ਜਿੱਦਾਂ ਕਿ ਤੁਸੀਂ ਅਮਰਿੰਦਰ ਗਿੱਲ ਜੀ ਦਾ ਨਾਮ ਲਿੱਤਾ ਤੇ ਉਹਨਾਂ ਨਾਲ ਜੁੜਿਆ ਕੋਈ ਇੱਕ ਕਿੱਸਾ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਤਾਂ ਬਹੁਤ ਕਿੱਸੇ ਨੇ ਜੀ ਰੱਖਿਆ ਸਾਡਾ ਹਾਲ ਹੀ 'ਚ ਗੀਤ ਰਿਲੀਜ਼ ਹੋਇਆ ਚੱਲ ਜਾਂਦੀ ਤੇ ਉਹ ਗੀਤ ਜਦੋਂ ਡਿਸਕਸ ਹੋਇਆ ਸੀਗਾ ਮੈਂ ਤੇ ਭਾਜੀ ਪਹੁੰਚੇ ਸੀ ਔਰ ਉਸ ਗੀਤ ਵਾਸਤੇ 12 ਪੈਰਾਗ੍ਰਾਫ ਲਿਖੇ ਗਏ ਸੀ 12 ਅੰਤਰੇ ਨੇ ਉਸ ਗੀਤ ਦੇ ਜਿਨ੍ਹਾਂ ਦੇ ਵਿੱਚੋਂ 2 ਚੁਣੇ ਗਏ ਔਰ ਫਿਰ ਇੱਕ ਮੇਰਾ ਹੋਰ ਗੀਤ ਸੀਗਾ ਜਿਹੜਾ ਉਹਦੇ ਵਿੱਚ ਇੰਕਲੂਡ ਕੀਤਾ ਗਿਆ ਸੋ ਉਹ 2 ਗੀਤ ਤੇ 12 ਅੰਤਰਾਂ ਨੂੰ ਮਿਲਾ ਕੇ ਅਸੀਂ 3 ਮਿੰਟ ਦਾ ਗਾਣਾ ਤਿਆਰ ਕੀਤਾ ਸੋ ਦਿਸ ਇਜ਼ ਦ ਕਾਈਂਡ ਆਫ ਮਿਹਨਤ ਜਿਹੜੀ ਭਾਜੀ ਕਰਦੇ ਨੇ ਔਰ ਆਪਣੇ ਕੰਮ ਨੂੰ ਲੈ ਕੇ ਜਿੰਨੀ ਡੈਡੀਕੇਸ਼ਨ ਉਹਨਾਂ ਦੇ ਵਿੱਚ ਹੈ ਜੇ ਐਲਬਮ ਦੇ ਵਿੱਚ 8 ਗਾਣੇ ਹੋਣਗੇ ਤਾਂ ਗਾਣੇ 40 ਰਿਕਾਰਡ ਕਰਨੇ ਨੇ ਉਹਨਾਂ ਨੂੰ ਫਿਲਟਰ ਕਰਕੇ 8 ਤੇ ਲੈ ਕੇ ਆਉਣਾ ਕਿ ਥੀਸ ਆਰ ਦ ਬੈਸਟ ਹੀਟ ਸੋ ਇਸ ਤਰੀਕੇ ਦੀ ਸੀਰੀਅਸਨੈਸ ਮੇਰੇ ਖਿਆਲ ਸਾਰਿਆਂ 'ਚ ਹੋਣੀ ਚਾਹੀਦੀ ਹੈ ਆਪਣੇ ਕੰਮ ਨੂੰ ਲੈ ਕੇ ਲੋਕੀ ਦੱਬਦੇ ਕੱਲੇ ਨੂੰ ਦੁਨੀਆ ਬਣੀ ਚਤਰ ਸਿਆਣੀ ਤੇ ਪੁੱਛੇ ਨਾ ਉਹ ਚੱਲੇ ਨੂੰ ਜਦ ਆਪਣੇ ਹੀ ਫੜਨ ਦੇ ਨੂੰ ਕੀ ਕਰਨਾ ਬੱਲੇ ਬੱਲੇ ਨੂੰ ਸਾਥ ਛੱਡ ਜਾਣ ਸਾਰੇ ਮਿੱਤਰ ਪਿਆਰੇ ਖਾਲੀ ਦੇ ਕੇ ਬੱਲੇ ਨੂੰ ਉੱਥੇ ਖਾਲੀ ਦੇ ਕੇ
और हाँ जी ਸਰ ਜਿਹੜਾ ਸਾਡਾ ਗਾਣਾ ਹੈ ਉਹ ਮੇਰਾ ਕੀ ਕਸੂਰ, ਜਿੱਦਾਂ ਸਰ ਉਹਦੇ ਵਿੱਚ ਤੁਸੀਂ ਕਾਫੀ ਸਾਰੇ ਇਸ਼ੂ ਚੱਕੇ, ਚਾਹੇ ਕਾਸਟ ਦਾ ਸੀਗਾ, ਚਾਹੇ ਧਾਰਮਿਕ ਸੀਗਾ, ਪਰ ਉਸ ਤੋਂ ਬਾਅਦ ਕੋਈ ਗੱਲ ਨਹੀਂ ਵਾਰਿਆ ਸਰ। ਉਸ ਤੋਂ ਬਾਅਦ ਜਿਹੜਾ ਸਾਨੂੰ ਮਤਲਬ ਉਹ ਪਰਸਨਲੀ ਮੈਂ ਬਹੁਤ ਲਾਈਕ ਕੀਤਾ, ਪਰ ਉਸ ਤੋਂ ਬਾਅਦ ਲੋਕਾਂ 'ਚ ਵਿਰੋਧ ਬਹੁਤ ਹੋਇਆ। ਪਰ ਤੁਹਾਨੂੰ ਕਿਤੇ ਨਾ ਕਿਤੇ ਲੱਗਾ ਕਿ ਜਦੋਂ ਤੁਸੀਂ ਸੱਚ ਦੀ ਆਵਾਜ਼ ਤਾਂ ਚੱਕਦੇ ਆ ਜਾਂ ਸਹੀ ਲਿਖਣਾ ਚਾਹੁੰਦੇ ਤਾਂ ਉਸ ਟਾਈਮ ਲੋਕ ਜਿਹੜੇ ਮਤਲਬ ਮਾੜੀ ਸੋਚ ਆ ਉਹ ਵੀ ਤੁਹਾਡਾ ਵਿਰੋਧ ਕਰਦੀ ਹੈ, ਤੇ ਉਸ ਟਾਈਮ ਤੁਸੀਂ ਕੀ ਫੀਲ ਕਰਦੇ ਹੋ? ਪਹਿਲੀ ਗੱਲ ਤਾਂ ਹੈ ਕਿ ਤੁਹਾਨੂੰ ਜੇ ਤੁਹਾਡਾ ਫਲਸਫਾ ਕਲੀਅਰ ਹੈ, ਤੁਹਾਡੇ ਅੰਦਰ ਤੁਹਾਡੇ ਗੀਤ ਦੇ ਜਿਹੜੇ ਬੋਲ ਮੈਂ ਲਿਖੇ ਨੇ, ਜੇ ਤੁਸੀਂ ਉਹਨਾਂ ਨੂੰ ਜੀਆ ਹੈ, ਜੇ ਤੁਹਾਡੇ ਅੰਦਰ ਉਹ ਮੌਜੂਦ ਨਹੀਂ, ਤਾਂ ਫਿਰ ਤੁਸੀਂ ਕਿਸੇ ਵਿਰੋਧ ਤੋਂ ਡਰਦੇ ਨਹੀਂ। ਜਦੋਂ ਤੁਹਾਡੇ ਕੋਲ ਜਸਟੀਫਿਕੇਸ਼ਨ ਹੋਵੇ ਨਾ ਕਿ ਹਾਂ ਮੈਂ ਬਿਲਕੁਲ ਕਰੈਕਟ ਹਾਂ ਆਪਣੀ ਜਗ੍ਹਾ ਤੇ, ਮੈਂ ਕਿਤੇ ਵੀ ਗਲਤ ਨਹੀਂ, ਤੁਸੀਂ ਆਪਣੇ ਆਪ ਨੂੰ ਜਦੋਂ ਪ੍ਰਮਾਣਿਤ ਕਰ ਸਕਦੇ ਹੋ, ਫਿਰ ਤੁਹਾਡੇ ਅੰਦਰ ਕਿਸੇ ਵਿਰੋਧ ਦਾ ਡਰ ਨਹੀਂ ਹੁੰਦਾ, ਚਾਹੇ ਵਿਰੋਧ ਕਰਨ ਦੀ ਪੂਰੀ ਦੁਨੀਆ ਕਿਉਂ ਨਾ ਤੁਹਾਡੇ ਸਾਹਮਣੇ ਖੜੀ ਹੋਵੇ। ਜੋ ਲਿਖਣਾ ਆ ਉਹਦੇ ਤੇ ਖੜੇ ਰਹਿਣਾ ਜ਼ਰੂਰ ਸਿੱਖਿਓ। ਮੈਂ ਅੱਜ ਕੱਲ੍ਹ ਦੇ ਗੀਤਕਾਰ ਸਾਰੇ ਮੇਰੇ ਭਾਈ ਨੇ, ਮੈਂ ਉੱਦਾਂ ਉਹਨਾਂ ਨੂੰ ਬੇਨਤੀ ਕਰਦਾ ਕਿ ਕਦੀ ਵੀ ਉਹ ਚੀਜ਼ ਨਾ ਲਿਖੋ ਜਿਹੜੀ ਤੁਸੀਂ ਕਰ ਹੀ ਨਹੀਂ ਸਕਦੇ, ਠੀਕ ਹੈ। ਕੁਝ ਗੀਤ ਹੁੰਦੇ, ਮੈਂ ਆਪ ਵੀ ਲਿਖਿਆ ਇੱਕ ਗੀਤ ਇੱਦਾਂ ਦਾ, ਵੈਸੇ ਅੰਬਰਾਂ ਤੋਂ ਤਾਰੇ ਰਵਾਂ ਤੋੜਨਾ ਪੋਸੀਬਲ ਨਹੀਂ ਹੈ ਕਰਨਾ, ਬਟ ਇਟਸ ਅਬਾਊਟ ਇਮੋਸ਼ਨ ਕਿ ਮੈਂ ਮੇਰਾ ਬਸ ਚੱਲਦਾ ਹੋਵੇ ਤਾਂ ਮੈਂ ਇੱਦਾਂ ਦਾ ਕੁਝ ਕਰਾਂ, ਠੀਕ ਹੈ। ਬਟ ਕਈ ਗੀਤ ਇੱਦਾਂ ਦੇ ਨੇ ਜਿਹੜੇ ਕਿਤੇ ਨਾ ਕਿਤੇ ਸਮਾਜ ਨੂੰ ਪੁੱਠੇ ਜਿਹੇ ਪਾਸੇ ਨੂੰ ਲੈ ਜਾਂਦੇ ਨੇ। ਸਾਨੂੰ ਵੀ ਪਤਾ ਹੁੰਦਾ ਹੈ ਕਿ ਇਹਦੇ ਨਾਲ ਆਹ ਚੀਜ਼ ਹੋਣੀ ਆ। ਜੇ ਮੈਂ ਸ਼ਰਾਬ ਪੀਣਾ ਆ ਤਾਂ ਉਹ ਮਾੜੀ ਆਦਤ ਆ, ਉਹਦੀ ਗਲੋਰੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਜੇ ਮੈਂ ਗੁੰਡਾਗਰਦੀ ਕੀਤੀ ਆ ਤਾਂ ਉਹਦੀ ਗਲੋਰੀਫਿਕੇਸ਼ਨ ਨਹੀਂ ਹੋਣੀ ਚਾਹੀਦੀ, ਠੀਕ ਹੈ। ਉਹ ਮਾੜੀ ਆਦਤ ਆ। ਪਿੰਡਾਂ ਦੇ ਵਿੱਚ ਇੱਕ ਅੱਧਾ ਵੈਲੀ ਹੁੰਦਾ ਸੀ ਤਾਂ ਸਾਰਾ ਪਿੰਡ ਨੂੰ ਗਾਲਾਂ ਕੱਢਦਾ ਹੁੰਦਾ ਸੀ। ਹੁਣ ਹਰ ਗਵਾਂਢ 'ਚ ਵੈਲੀ ਬੈਠਾ ਹੈ। ਉਹ ਕਾਹਦੇ ਕਰਕੇ ਹੋਇਆ? ਉਹ ਸਾਡੇ ਗੀਤਾਂ ਕਰਕੇ ਹੋਇਆ। ਸੋ ਕਿਤੇ ਨਾ ਕਿਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ। ਹੁਣ ਵੀਰ ਨੇ ਗੱਲ ਕੀਤੀ ਸੀ, ਸ਼ੇਰ ਸੁਣਾਇਆ ਸੀ, ਬੜਾ ਸੋਹਣਾ ਸੀਗਾ। ਸਾਨੂੰ ਇਦਾਂ ਦੀ ਸ਼ਾਇਰੀ ਦੀ ਲੋੜ ਹੈ, ਸਾਨੂੰ ਇਦਾਂ ਦੇ ਸੋਚਣ ਵਾਲਿਆਂ ਦੀ ਲੋੜ ਹੈ ਕਿ ਅਸੀਂ ਚੰਗਾ ਸੁਣੀਏ, ਚੰਗਾ ਲਿਖੀਏ। ਤੁਸੀਂ ਸਾਰੇ ਨਹੀਂ, ਕੱਲ ਨੂੰ ਕਿਸੇ ਨੇ ਫਿਲਮ ਮੇਕਰ ਬਣਨਾ ਹੈ, ਕਿਸੇ ਨੇ DOP ਬਣਨਾ ਹੈ, ਕਿਸੇ ਨੇ ਜਰਨਲਿਜ਼ਮ ਦੇ ਵਿੱਚ ਜਾਣਾ ਹੈ। ਪਰਸੋਂ ਮੈਂ ਇੱਕ ਜਰਨਲਿਸਟ ਦੀ ਵੀ ਝਾੜ ਲਈ, ਪਤਾ ਕਿਉਂ? ਕਿਉਂਕਿ ਉਹਨੇ ਮੈਨੂੰ ਸਵਾਲ ਇਹ ਕੀਤਾ ਕਿ ਨਵਜੋਤ ਸਿੰਘ ਸਿੱਧੂ ਬਾਰੇ ਤੁਹਾਡਾ ਕੀ ਖਿਆਲ ਹੈ। ਅਗਲਾ ਸਵਾਲ ਸੀ ਦੀਪ ਸਿੱਧੂ ਨੇ ਸ਼ਹੀਦਾਂ ਬਾਰੇ ਆ ਬੋਲਿਆ, ਤੁਹਾਡਾ ਕੀ ਖਿਆਲ ਹੈ? ਉਹਦੇ ਸਾਰੇ ਸਵਾਲ ਦੇ ਵਿੱਚ ਕਿਸੇ ਇੱਕ ਦਾ ਨਾਮ ਸੀਗਾ। ਐਂਡ ਇਟ ਵਾਸ ਜਸਟ ਅਬਾਊਟ ਕਿ ਮੇਰੇ ਮੂੰਹੋਂ ਕੋਈ ਗੱਲ ਨਿਕਲੇ ਤਾਂ ਉਹਦੀ ਹੈਡਲਾਈਨ ਇਹ ਬਣੂਗੀ, ਵੀਰ ਸਿੰਘ ਨੇ ਠੋਕਿਆ ਦੀਪ ਸਿੱਧੂ, ਵੀਰ ਸਿੰਘ ਨੇ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਠੋਕਵਾ ਜਵਾਬ। ਅਸੀਂ ਮਤਲਬ ਕਿਸ ਪਾਸੇ ਨੂੰ ਜਾ ਰਹੇ ਹਾਂ? ਤੁਸੀਂ ਮੇਰਾ ਆਈਡੀਆ, ਮੇਰਾ ਥਾਟ ਤਾਂ ਪੁੱਛ ਸਕਦੇ ਹੋ, ਪਰ ਤੁਸੀਂ ਮੈਨੂੰ ਮੇਰੇ ਥਾਟ ਨੂੰ ਉਹਦੇ ਕੰਪੈਰੀਜ਼ਨ 'ਚ ਕਿੱਦਾਂ, ਤੁਹਾਡਾ ਮਾਨ ਸਾਹਿਬ ਬਾਰੇ ਕੀ ਵਿਚਾਰ ਹੈ ਜੀ, ਇਹਨਾਂ ਦੀ ਤੁਕਬੰਦੀ ਕੋਈ ਬਣਦੀ ਜੀ। ਸਰ ਤੁਹਾਡਾ ਪਸੰਦੀਦਾ ਕੋਈ ਪੋਇਟ, ਉਹਦੇ 2-3 ਲਾਈਨਸ ਜੇ ਤੁਸੀਂ ਸੁਣਾ ਸਕਦੇ ਹੋ? ਗਾਣਾ ਬੋਲੋਗੀ? ਮੇਰੇ ਪਸੰਦੀਦਾ ਪੋਇਟ ਤਾਂ ਬਹੁਤ ਨੇ ਜੀ। ਮੈਂ ਗੁਰਬਾਣੀ ਤੋਂ ਅਲਾਇਦਾ ਜੇ ਮੈਂ ਗੱਲ ਕਰਾਂ ਤਾਂ ਮੈਂ ਹੀਰ ਦਾ ਬਹੁਤ ਕਾਇਦਾ ਜੀ, ਵਾਰਿਸ ਸ਼ਾਹ ਦਾ, ਮੀਆਂ ਮੁਹੰਮਦ ਬਖਸ਼ ਜਿਨ੍ਹਾਂ ਨੇ ਸੈਫ ਮੁਲੂਕ ਲਿਖਿਆ। ਸੈਫ ਮੁਲੂਕ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਜ਼ਿੰਦਗੀ ਦੀਆਂ ਬਹੁਤ ਡੂੰਘੀਆਂ ਸੱਚਾਈਆਂ ਉਹਦੇ ਵਿੱਚ ਨੇ, ਉਹ ਮੈਂ ਸੁਣਾ ਦਿੰਦਾ ਜ਼ਰੂਰ। ਤੁਰ ਜਾਵਣ ਦਿਲਦਾਰ ਜਿਨ੍ਹਾਂ ਦੇ, ਤੇ ਕੌਣ ਰੋਵੇ ਫਿਰ ਥੋੜਾ, ਰੋਗਾਂ ਵਿੱਚੋਂ ਰੋਗ ਮੁਹੰਮਦ, ਜਿਸ ਦਾ ਨਾਮ ਵਿਛੋੜਾ, ਰੋਗਾਂ ਵਿੱਚੋਂ ਰੋਗ ਮੁਹੰਮਦ, ਜਿਸ ਦਾ ਨਾਮ ਵਿਛੋੜਾ। सर थोड़ा सा ये जानना चाहिए कि जब आप नहीं लिखते, मतलब हमेशा तो नहीं लिखते, मैं पूछना चाहता था। ਚੱਲ ਜ਼ਿੰਦਗੀ ਜਦੋਂ ਲਿਖਿਆ ਗਿਆ ਉਸ ਟਾਈਮ ਨੂੰ ਐਕਸਪਲੇਨ ਕਰਨਾ ਪੋਸੀਬਲ ਨਹੀਂ ਹੈ। ਜੇ ਮੈਂ ਕਹਾਂ ਕਿ ਹਾਂ ਮੈਂ ਆਹ ਮਹਿਸੂਸ ਕਰ ਰਿਹਾ ਸੀ, ਤਾਂ ਜੋ ਮੈਂ ਮਹਿਸੂਸ ਕਰ ਰਿਹਾ ਸੀ ਉਹ ਤਾਂ ਲਿਖਿਆ ਗਿਆ। ਉਹ ਮੂਵਮੈਂਟ ਇੱਦਾਂ ਦਾ ਸੀਗਾ, ਉਹਦੀ ਸ਼ੁਰੂਆਤ ਕਿੱਦਾਂ ਹੋਈ ਮੈਂ ਉਹ ਜ਼ਰੂਰ ਦੱਸ ਸਕਦਾ ਹਾਂ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਤੋਂ ਕਿਤੇ ਨਾ ਕਿਤੇ ਸਾਰੇ ਭੱਜਣਾ ਚਾਹੁੰਦੇ ਹਾਂ। ਕਿਤੇ ਨਾ ਕਿਤੇ ਅਸੀਂ ਸਾਰੇ ਚਾਹੁੰਦੇ ਕਿ ਯਾਰ ਦਿਸ ਇਜ਼ ਨਾਟ ਦ ਵਰਲਡ ਵੀ ਆਰ ਲਿਵਿੰਗ।
ਅਸੀਂ ਇਹੋ ਜਿਹੀ ਦੁਨੀਆ 'ਚ ਜੀਣਾ ਨਹੀਂ ਚਾਹੁੰਦੇ, ਅਸੀਂ ਕਿਤੇ ਹੋਰ ਜਾਣਾ ਚਾਹੁੰਦੇ ਹਾਂ। ਚੱਲ ਜਾਂਦੀ ਹੈ ਇਜ਼ ਨਾਟ ਅਬਾਊਟ, ਬਹੁਤ ਲੋਕਾਂ ਨੇ ਕਿਹਾ ਕਿ ਇਟਸ ਐਕਸਪਲੇਨੇਸ਼ਨ ਆਫ ਡੈਥ, ਐਕਚੁਅਲੀ ਇਟ ਇਜ਼ ਨਾਟ। ਚੱਲ ਜਾਂਦੀ ਹੈ ਗਾਣਾ ਜਿਹੜਾ ਆ ਉਹ ਇੱਕ ਮਾਨਸਿਕ ਅਵਸਥਾ ਦੀ ਗੱਲ ਹੈ ਜਿੱਥੇ ਦੁੱਖ ਤੇ ਸੁੱਖ ਤੁਹਾਨੂੰ ਇੱਕ ਜਿਹੇ ਮਹਿਸੂਸ ਹੋਣ। ਜਿੱਦਾਂ ਗੁਰਬਾਣੀ ਕਹਿੰਦੀ ਹੈ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾਕੇ ਟੈਨਸ਼ਨ ਬਾਟੀ ਮਨ। ਇਹ ਉਹ ਗੱਲ ਹੈ। ਇਹ ਤੁਸੀਂ ਕਹਿ ਸਕਦੇ ਹੋ ਕਿ ਦਿਸ ਲਾਈਨ ਗੁਰਬਾਣੀ ਦੀ, ਇਹ ਸਤਰ ਇਸ ਗਾਣੇ ਦੀ ਇੰਸਪੀਰੇਸ਼ਨ ਹੈ ਕਿ ਇੱਕ ਇਹੋ ਜਿਹੀ ਮਾਨਸਿਕ ਅਵਸਥਾ ਜਿੱਥੇ ਤੁਸੀਂ ਬਾਕੀਆਂ ਨਾਲੋਂ ਬਹੁਤ ਪਰੇ ਹੋ ਜਾਂਦੇ ਹੋ, ਜਾਂ ਕਹਿ ਲਓ ਬਾਕੀਆਂ ਦੇ ਵਿੱਚ ਹੀ ਸਮਾ ਜਾਂਦੇ ਹੋ, ਇੱਕ ਹੋ ਜਾਂਦੇ ਹੋ। ਉਸ ਅਵਸਥਾ ਨੂੰ ਜਿੰਨਾ ਮੈਂ ਬਾਣਿਆ ਉਦਾਂ ਹੀ ਮੈਂ ਗੀਤ ਦੇ ਵਿੱਚ ਲਿਖ ਦਿੱਤਾ। ਕੋਈ ਹੋਰ ਜੋ ਆਪਣਾ ਕੁਐਸਚਨ ਸਾਨੂੰ ਪੁੱਛਣਾ ਚਾਹੇ? ਨਹੀਂ ਸੁਣਦੇ ਨੇ, ਮੈਨੂੰ ਸਾਜੀ ਵੀ ਲੱਗੇ ਨੇ, ਆਉਣ ਲੱਗਿਆ ਪੈਸੇ ਦੇ ਕੇ ਜਾਂਦੇ। ਛੋਟੇ ਜਿਹੇ ਮੈਂ ਆਪਣਾ ਐਕਸਪੀਰੀਅੰਸ ਦੱਸਦਾ ਪਿਆ। ਜੀ। ਜਦੋਂ ਮੈਂ +2 ਕਰਕੇ ਹਟਿਆ ਸੀਗਾ ਨਾ, ਤੁਹਾਨੂੰ ਵੀ ਬੜਾ ਚਾਅ ਸੀਗਾ, ਮੈਂ ਕਿਹਾ ਮੇਰੇ ਸਾਰੇ ਦੋਸਤ ਬਾਹਰ ਚੱਲੇ ਆ ਤਾਂ ਮੈਂ ਵੀ ਚੱਲਾਂ। ਪਰ ਉਸ ਟਾਈਮ ਜਿਹੜਾ ਮੀਡੀਆ ਦਾ ਦੌਰ ਨਾ, ਤਾਂ ਸਾਰੀ ਦੁਨੀਆ ਨੂੰ ਪਤਾ ਕਿ ਮੀਡੀਆ ਅੱਜ ਕੱਲ੍ਹ ਕਿਤੇ ਨਾ ਕਿਤੇ ਗਲਤ ਚੱਲਦੀ ਪਈ ਆ। ਤਾਂ ਉਸ ਟਾਈਮ ਇੱਦਾਂ ਮੈਂ ਆਪਣੇ ਫਾਦਰ ਨਾਲ ਡਿਸਕਸ਼ਨ ਕਰਦਾ ਪਿਆ ਸੀਗਾ, ਤੇ ਫਾਦਰ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕੀਤੀ, ਕਹਿੰਦੇ ਤੂੰ ਬਾਹਰ ਜਾਣਾ? ਮੈਂ ਕਿਹਾ ਹਾਂਜੀ। ਕਹਿੰਦੇ ਤੇ ਗਾਲਾਂ ਕੱਢਣ ਦਾ ਕੀ ਕੰਮ? ਤੇ ਮਤਲਬ ਉਹ ਕਹਿੰਦੇ ਜੇ ਤਾਂ ਤੁਸੀਂ ਕੁਝ ਚੇਂਜ ਕਰਨਾ ਹੈ ਤਾਂ ਇੱਥੇ ਕਰਕੇ ਦਿਖਾਓ ਨਾ, ਇਕੱਲੇ ਗੱਲੀ ਬਾਤੀ ਰੌਲਾ ਪਾ ਕੇ ਕੀ ਕਰਨਾ। ਉਸ ਤੋਂ ਬਾਅਦ ਨਾਲ ਹੀ ਮੈਂ ਸ਼ਾਮ ਨੂੰ ਟੀਵੀ ਦੇਖਦਾ ਪਿਆ ਸੀਗਾ, ਤੇ ਉਹ ਅਮੀਰ ਖਾਨ ਜੀ ਦੀ ਫਿਲਮ ਸੀਗੀ, ਉਹਦੇ ਵਿੱਚ ਇੱਕ ਡਾਇਲੌਗ ਸੀਗਾ, ਕਹਿੰਦੇ ਆਪਾਂ ਆਪਣੇ ਦੇਸ਼ ਲਈ ਨਾ ਜਿੱਥੇ ਹੈਗੇ ਆ ਉੱਥੇ ਸਭ ਕੁਝ ਕਰ ਸਕਦੇ ਆ, ਪਰ ਇਹ ਗੱਲ ਹੈ ਨਾ, ਉਹਨੇ ਛੋਟੇ ਜਿਹੀ ਫਿਰ ਲਾਈਨ ਕਹੀ, ਕਹਿੰਦੇ ਆਪਣੀ ਘਰ ਦੀ ਸਫਾਈ ਵਿੱਚ ਹੱਥ ਗੰਦੇ ਕੌਣ ਕਰੇ। ਐਗਜ਼ੈਕਟਲੀ। ਤੇ ਉਹ ਚੀਜ਼ ਬੜੀ ਵਧੀਆ ਲੱਗੀ। ਤਾਂ ਉਸ ਤੋਂ ਬਾਅਦ ਅੱਜ ਜਦੋਂ ਜਰਨਲਿਜ਼ਮ ਕਰਦਾ ਪਿਆ ਮੈਂ, ਕਿਤੇ ਨਾ ਕਿਤੇ ਜਾ ਕੇ ਅੱਗੇ ਆਪਾਂ ਆਪਣੀ ਗੱਲ ਰੱਖਾਂਗੇ ਮੀਡੀਆ ਵਿੱਚ, ਤਾਂ ਲੋਕਾਂ ਨੂੰ ਸੱਚਾਈ ਦੱਸਾਂਗੇ ਕਿ ਉਸ ਟਾਈਮ ਕੀ ਗਲਤ ਹੋਇਆ ਸੀ ਤੇ ਅੱਜ ਅਸੀਂ ਕੀ ਸਹੀ ਕਰ ਸਕਦੇ ਹਾਂ। ਮੈਂ ਇਹੀ ਗੱਲ ਬਹੁਤ ਮੈਂ ਸ਼ੁਰੂ 'ਚ ਵੀ ਇਹੀ ਗੱਲ ਕਹੀ ਸੀ ਕਿ ਸੈਲਫ ਐਨਾਲਿਸਿਸ ਬਹੁਤ ਜ਼ਰੂਰੀ ਹੈ। ਅਸੀਂ ਕਿੱਥੇ ਗਲਤ ਹੈ, ਸਾਡਾ ਆਲਾ ਦੁਆਲਾ ਕਿੱਥੇ। ਤੁਸੀਂ ਸੈਲਫ ਐਨਾਲਿਸਿਸ ਦੀ ਗੱਲ ਕੀਤੀ ਕਿ ਤੁਸੀਂ ਆਪਣੇ ਉਸ ਪੁਆਇੰਟ Visha कहते हैं whatever we write, I also write poems. So whatever we write, so it is normally जब हम पढ़ते हैं उसको, कोई रीडर पढ़ता है, so they misinterpret. ये मेरी ही सोच होगी, it's not being judgmental. You think आपकी writings को, आपके lyrics को people judge the same way. So is it you who's being showcased or is it the contemporary era? ਹਮੇਸ਼ਾ ਇਹ ਚੀਜ਼ ਰਹੂਗੀ ਜੀ ਕਿ ਮੈਂ ਕਿਸੇ ਨੂੰ ਇੰਨੀ ਗੱਲ ਵੀ ਕਹਿੰਦਾ ਨਾ ਕਿ ਤੈਨੂੰ ਦੇਖ ਲਵਾਂ ਤਾਂ ਇਹਦੇ ਬੜੇ ਵੇਰੀਅਸ ਦੇ ਮਤਲਬ ਨਿਕਲਦੇ ਨੇ, ਇਹ ਨਹੀਂ ਗੱਲ ਦੇਖਦੇ। ਸੋ ਇਹ ਇੰਟਰਪ੍ਰੀਟੇਸ਼ਨ ਹਰ ਕਿਸੇ ਦੇ ਅਕੋਰਡਿੰਗ ਉਹ ਆਪਣੀ ਜੱਜਮੈਂਟ ਦੇ ਅਕੋਰਡਿੰਗ ਬਣਾਉਂਦਾ ਹੈ, ਤੇ ਇਹ ਮੈਨੂੰ ਲੱਗਦਾ ਕਿ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਹੈ ਜਦੋਂ ਤੁਸੀਂ ਇੱਥੇ ਫਿਰ ਸਕਿੱਲ ਕੰਮ ਆਉਂਦਾ ਹੈ ਕਿ ਤੁਸੀਂ ਲਿਖਣ ਦੇ ਵਿੱਚ ਕੁਐਸਚਨ ਮਾਰਕਸ ਕਿੰਨੇ ਛੱਡ ਰਹੇ ਹੋ। ਜੇ ਕੁਐਸਚਨ ਮਾਰਕਸ ਘੱਟ ਤੋਂ ਘੱਟ ਹੈ ਤਾਂ ਫਿਰ ਉਹ ਤੁਹਾਡੀ ਜੋ ਜੱਜਮੈਂਟ ਹੈ, ਜੋ ਤੁਸੀਂ ਕਹਿਣਾ ਚਾਹੁੰਦੇ, ਫਿਰ ਤਾਂ ਉਹੀ ਟਰੈਵਲ ਕਰੂਗਾ। ਬਟ ਜੇ ਕੁਐਸਚਨ ਮਾਰਕਸ ਜ਼ਿਆਦਾ ਪੈ ਰਹੇ ਨੇ ਕਿ ਕਿਵੇਂ, ਕਿੱਦਾਂ, ਕਿੱਥੇ, ਕਿਉਂ, ਤਾਂ ਫਿਰ ਉਹ ਬੰਦਾ ਆਪਣੇ ਅਕੋਰਡਿੰਗਲੀ ਜੱਜ ਕਰਦਾ ਹੈ। ਕੋਈ ਵੀ ਸਟੋਰੀ ਹੈ ਜੇ ਅਸੀਂ ਉਹਦਾ ਐਂਡ ਲੂਜ਼ ਰੱਖ ਲਈਏ ਤਾਂ ਹਰ ਬੰਦਾ ਘਰ ਆ ਕੇ ਉਹਦਾ ਐਂਡ ਉਹ ਸੋਚਦਾ ਜਿੱਦਾਂ ਉਹਨੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸਿਸ ਤੋਂ ਸਿੱਖਿਆ ਹੁੰਦਾ। ਸੋ ਇਹ ਇੰਟਰਪ੍ਰੀਟੇਸ਼ਨਸ ਨੂੰ ਕੰਟਰੋਲ ਕਰਨ ਦੀ ਲੋੜ ਨਹੀਂ। ਆਈ ਥਿੰਕ ਜਦੋਂ ਤੁਸੀਂ ਪੁਆਇੰਟ ਸੁਣਾਉਂਦੇ ਹੋ ਆਪਣਾ ਸੰਦਰਭ ਆਪਣਾ ਦੱਸ ਦਿਆ ਕਰੋ ਕਿ ਮੈਂ ਇਹ ਕਿਉਂ ਲਿਖੀ ਔਰ ਮੇਰਾ ਇਹਦਾ ਆਈਡੀਆ ਆਫ ਰਾਈਟਿੰਗ ਕੀ ਹੈ। ਆਈ ਥਿੰਕ ਮੈਨੂੰ ਲੱਗਦਾ ਕਿ ਹਰ ਇੱਕ ਪੁਆਇੰਟ ਨਾਲ ਇਹ ਤਰਾਸਦੀ ਰਹੀ ਹੈ ਕਿ ਜੋ ਕਹਿਣਾ ਚਾਹੁੰਦਾ ਸੀ ਆਡੀਅנס ਨੇ ਉਹ ਨਹੀਂ ਸਮਝਿਆ। ਜੇ ਅਸੀਂ ਸਮਝ ਲਏ ਹੁੰਦੇ ਤਾਂ ਅਸੀਂ ਵੀ ਸੁਕਰਾਤ ਹੋ ਜਾਂਦੇ। कई बार लिखने के बाद हम लोग उसको चेक करते हैं कि सही लिखा है गलत लिखा है। ਫਿਰ ਜਦੋਂ ਵੀ ਕੋਈ ਲਿਖਦਾ ਤਾਂ ਮੀਨਸ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਲਿਖਿਆ। ਇਹ ਕਿਹਾ ਜਾਂਦਾ ਕਿ ਜੋ ਵੀ ਅਸੀਂ ਲਿਖਦੇ ਹਾਂ ਉਹ ਪਰਮਾਤਮਾ ਤੋਂ ਉੱਤਰਦਾ ਕਿਸੇ ਇਨਸਾਨ ਨੂੰ, ਤਾਂ ਹੀ ਅਸੀਂ ਪੇਜ ਉੱਤੇ ਉਤਾਰਦੇ ਹਾਂ। ਤੇ ਜਦੋਂ ਇੱਕ ਰਾਈਟਿੰਗ ਕਰਦੇ ਹਾਂ ਉਦੋਂ ਲੱਗਦਾ ਕਿ ਬਹੁਤ ਸੋਹਣਾ ਲਿਖਿਆ, ਆਖਰੀ ਵਾਰ ਪੜ੍ਹਨ ਲੱਗਦਾ, ਫਿਰ ਉਸ ਤੋਂ ਅਗਲੀ ਲਿਖਦੇ ਹਾਂ ਐਂ ਲੱਗਦਾ ਕਿ ਪਿਛਲੀ ਨਾਲੋਂ ਵੀ ਜ਼ਿਆਦਾ ਸੋਹਣੀ ਲਿਖੀ ਜੀ। ਤੇ ਸਰ ਜਦੋਂ ਕਈ ਵਾਰ ਇੰਨੇ ਕੁ ਅਪਸੈਟ ਹੁੰਦੇ ਆ ਕਿ ਕੁਛ ਵੀ ਨਹੀਂ ਲਿਖਣਾ, ਤੇ ਮਤਲਬ ਤੁਹਾਨੂੰ ਵੀ ਕਦੀ ਇਹੋ ਜਿਹਾ ਡਰ ਲੱਗਾ ਕਿ ਸ਼ਾਇਦ ਮੈਂ ਕਾਲਜ ਤੋਂ ਬਾਅਦ ਕਦੀ ਲਿਖਣਾ ਹੋਵੇ ਜਾਂ ਮੈਨੂੰ ਉਤਰਨਾ ਬੰਦ ਹੋ ਗਿਆ? ਹਾਂਜੀ, ਇਹ 2 ਵਾਰ ਹੋਇਆ ਮੇਰਾ ਜ਼ਿੰਦਗੀ 'ਚ। ਇੱਕ ਵਾਰੀ ਮੈਂ 7 ਮਹੀਨੇ ਕੁਝ ਨਹੀਂ ਲਿਖਿਆ ਸੀ, ਤਾਂ ਮੈਨੂੰ ਲੱਗਿਆ ਕਿ ਜਾਂ ਤਾਂ ਮੈਂ ਆਪਣੇ ਆਪ ਨਾਲ ਟੁੱਟ ਗਿਆ ਜਾਂ ਮੈਨੂੰ ਚੀਜ਼ਾਂ ਸੁਝਣੀਆਂ ਬੰਦ ਹੋ ਗਈਆਂ, ਮੈਨੂੰ ਔੜਨਾ ਬੰਦ ਹੋ ਗਿਆ, ਤਾਂ ਇਹ ਕਿੱਦਾਂ ਗੱਡੀ ਚੱਲੇਗੀ। ਫਿਰ ਇੱਕ ਦਿਨ ਰਾਤ ਬੈਠਿਆ ਮੈਂ ਇਹ ਸੋਚਿਆ ਕਿ ਯਾਰ ਜੇ ਮੈਂ ਲਿਖਣਾ ਬੰਦ ਵੀ ਕਰ ਦਊਂਗਾ ਤਾਂ ਮੇਰੀ ਜ਼ਿੰਦਗੀ ਤਾਂ ਬੰਦ ਨਹੀਂ ਹੋ ਸਕਦੀ। ਮੈਂ ਜੀ ਤਾਂ ਅੱਜ ਵੀ ਸਕਦਾ, ਸਾਹ ਤਾਂ ਮੈਂ ਅੱਜ ਵੀ ਲੈ ਰਿਹਾ, ਪਾਣੀ 'ਚ ਤਾਂ ਮੈਂ ਅੱਜ ਵੀ ਖੇਡ ਸਕਦਾ ਹਾਂ।
ਘਾਹ ਤੇ ਜਾ ਕੇ ਤਾਂ ਅੱਜ ਵੀ ਲੰਬੇ ਪੈ ਸਕਦਾ। ਬਸ ਇੱਕ ਚੀਜ਼ ਹੈ ਛੋਟੀ ਜੀ, ਮੈਂ ਬਾਕੀਆਂ ਵਰਗਾ ਹੋ ਜਾਣਾ ਕਿ ਮੈਂ ਗੀਤ ਨਹੀਂ ਲਿਖਾਂਗਾ, ਇਸ ਕੀ ਗੱਲ ਹੈ ਕੁਝ ਬਹੁਤ ਵੱਖਰਾ ਨਹੀਂ ਹੈ। ਠੀਕ ਹੈ, ਇਸ ਜ਼ਮੀਨ ਦਾ ਹਿੱਸਾ ਜੇ ਗੀਤ ਲਿਖਣਾ ਬੰਦ ਵੀ ਹੋ ਜਾਵਾਂ ਨਾ ਕੋਈ ਗੱਲ ਨਹੀਂ, ਅੱਜ ਮੇਰੀ ਆਵਾਜ਼ ਚਲੀ ਜਾਏ ਤਾਂ ਕੋਈ ਗੱਲ ਨਹੀਂ, ਇਸ ਕੀ ਹੈ। ਉਸੇ ਰਾਤ ਜਦੋਂ ਮੈਂ ਸੁੱਤਾ ਇਹ ਆਪਣੇ ਆਪ ਨੂੰ ਦਿਲਾਸਾ ਦੇ ਕੇ ਕਿ ਤੂੰ ਇਹ ਰੱਬ ਦੀ ਬਖਸ਼ਿਸ਼ ਸੀ, ਉਹਨੇ ਜਿੰਨਾ ਕਰਾਉਣਾ ਸੀ ਕਰਾ ਲਿਆ, ਜਦੋਂ ਫਿਰ ਕਰਾਉਣਾ ਹੋਊਗਾ ਫਿਰ ਕਰਾ ਲਊਗਾ। ਔਰ ਰਾਤ ਸੁੱਤੇ ਪਏ ਫਿਰ ਮੈਂ ਰਾਤ ਮੇਰੀ 2 ਵਜੇ ਐਕਟ ਹੋਈ ਸੀ ਔਰ ਚਾहे से फ्रेंड्स की कभी सत्ता नहीं होगा। सो इट्स ऑल अबाउट कि ਤੁਸੀਂ ਇਸ ਚੀਜ਼ ਦਾ ਸਟ੍ਰੈਸ ਨਹੀਂ ਲੈਣਾ ਕਦੇ ਵੀ ਕਿ ਮੈਂ ਦੇਖ ਨਹੀਂ ਪਾ ਰਹੀ, ਮੈਂ ਕਰ ਨਹੀਂ ਪਾ ਰਹੀ, ਹੋਏਗਾ। ਬਹੁਤੇ ਮੈਨੂੰ ਲੱਗਦਾ ਕਿ ਮੈਜੋਰਿਟੀ ਆਫ ਪੀਪਲ ਡੋਂਟ ਰਾਈਟ। ਜੇ ਤੁਸੀਂ ਦੇਖ ਰਹੇ ਸੀ ਤਾਂ ਤੁਸੀਂ ਵੱਖਰੇ ਸੀ, ਜੇ ਨਹੀਂ ਦੇਖੋਗੇ ਤੇ ਬਾਕੀਆਂ ਵਰਗੇ ਹੋਗੇ। ਇਟਸ ਨਥਿੰਗ ਲਾਈਕ ਕਿ ਤੁਸੀਂ ਕੁਝ ਲੂਜ਼ ਕਰਨਾ, ਕੋਈ ਗੱਲ ਨਹੀਂ, ਇਹਨੂੰ ਜ਼ਿਆਦਾ ਸਟ੍ਰੈਸ ਨਾ ਲਓ ਇਸ ਚੀਜ਼ ਦਾ, ਠੀਕ ਹੈ। ओपीनियंस उम्र के नाल बदलते रहते हैं। ਤੁਸੀਂ ਜ਼ਰੂਰੀ ਨਹੀਂ ਕਿ ਇੱਕ ਚੀਜ਼ ਨੂੰ ਸਿਰਫ ਫਰੰਟ ਤੋਂ ਦੇਖਣਾ ਹੈ। ਕਈ ਵਾਰੀ ਕੀ ਹੁੰਦਾ ਕਿ ਬਾਹਰੋਂ ਦੇਖਣ ਤੇ ਲੱਗਦਾ ਕਿ ਬਹੁਤ ਸੋਹਣਾ ਕਿਹਦਾ ਹੈ, ਪਰ ਤੁਸੀਂ ਪਿੱਛੇ ਜਾ ਕੇ ਦੇਖੋ ਤਾਂ ਬੰਦੇ ਦਾ ਸੈਟ ਵੀ ਕਰ ਸਕਦਾ ਹੈ, ਠੀਕ ਹੈ ਨਾ। ਸੋ ਓਪੀਨੀਅਨਸ ਉਮਰ ਦੇ ਨਾਲ ਜਿਵੇਂ ਜਿਵੇਂ ਤੁਸੀਂ ਸਿਆਣੇ ਹੁੰਦੇ ਹੋ ਓਪੀਨੀਅਨਸ ਚੇਂਜ ਹੁੰਦੇ ਰਹਿੰਦੇ ਆ। ਪਲੱਸ ਕਈ ਵਾਰੀ ਕੀ ਹੁੰਦਾ ਕਿ ਜੋ ਸਾਡਾ ਪੁਰਾਣਾ ਲਿਖਿਆ ਹੋਇਆ ਉਹਦੇ ਨਾਲ ਸਾਡਾ ਕੋਈ ਨਾ ਕੋਈ ਇਮੋਸ਼ਨ ਕਨੈਕਟਡ ਹੁੰਦਾ। ਸ਼ਾਇਦ ਕਈ ਵਾਰੀ ਹੁੰਦਾ ਕਿ ਅਸੀਂ ਉਸ ਮਤਲਬ ਇਨਸਾਨ ਤੋਂ ਜਿਹਦੇ ਲਈ ਲਿਖਿਆ ਸੀ ਸ਼ਾਇਦ ਉਸ ਤੋਂ ਦੂਰ ਜਾਣਾ ਚਾਹੁੰਦੇ ਹੁੰਦੇ ਹਾਂ, ਜਾਂ ਕਈ ਵਾਰੀ ਅਸੀਂ ਉਸ ਇਮੋਸ਼ਨ ਨੂੰ ਹੀ ਮਿਟਾ ਦੇਣਾ ਚਾਹੁੰਦੇ ਹੁੰਦੇ ਜਿਹਦੇ ਕਰਕੇ ਸਾਨੂੰ ਸਾਡਾ ਗੀਤ ਚੰਗਾ ਨਹੀਂ ਲੱਗਦਾ, ਠੀਕ ਹੈ। ਪਰ ਇਹ ਹੈ ਕਿ ਹਰ ਇੱਕ ਵਕਤ ਦੀ ਆਪਣੀ ਖੂਬਸੂਰਤੀ ਹੁੰਦੀ ਹੈ, ਚਾਹੇ ਕਿਸੇ ਦਾ ਆਗਮਨ ਹੋਵੇ, ਚਾਹੇ ਕਿਸੇ ਦਾ ਜਾਣਾ ਹੋਵੇ, ਚਾਹੇ ਤੁਹਾਡੀ ਇਕੱਲਿਆਂ ਦੀ ਗੱਲਬਾਤ ਹੋਵੇ, ਚਾਹੇ ਸੁਸਾਇਟੀ ਬਾਰੇ ਹੋਵੇ। ਮੇਰੀ ਨਜ਼ਰ ਦੇ ਵਿੱਚ ਹਰੇਕ ਪੋਇਟ ਜਿਹੜਾ ਵੀ ਆਪਣੇ ਜਜ਼ਬਾਤਾਂ ਨੂੰ ਲਿਖਦਾ ਹੈ ਉਹ ਸਾਰੇ ਬਰਾਬਰ ਨੇ। ਹਰ ਇੱਕ ਇਮੋਸ਼ਨ ਦੀ ਹੁੰਦੀ ਵੈਲਿਊ, ਚਾਹੇ ਉਹ ਦੁੱਖ ਦੀ ਹੈ ਚਾਹੇ ਸੁੱਖ ਦੀ ਹੈ। ਸੋ ਇਹਨਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਕੌਨਸ਼ੀਅਸ ਨਹੀਂ ਹੋਣਾ, ਬਸ ਇੱਕ ਹੀ ਚੀਜ਼ ਰੱਖਣੀ ਕਿ ਤੁਸੀਂ ਜੀਣ ਆਏ ਹੋ, ਸਿੱਖਣ ਆਏ ਹੋ, ਹਰ ਇੱਕ ਚੀਜ਼ ਤੋਂ ਸਿੱਖਦੇ ਜਾਓ ਤੇ ਜੀਵੇ ਜਾਓ। ਕਿ ਤੁਸੀਂ ਆਪਣੇ ਆਪ ਨਾਲ ਸਵਾਲ ਕੀਤਾ, ਆਪਣੇ ਆਪ ਨੂੰ ਪੁੱਛਿਆ ਵੀ ਕਿਉਂ ਮੈਂ ਇੱਥੇ ਕਿਉਂ ਨਹੀਂ ਕਰ ਸਕਦਾ, ਤੇ ਤੁਸੀਂ ਅੱਜ ਉਹਦਾ ਜਵਾਬ ਵੀ ਲੱਭ ਲਿਆ। ਇਹੀ ਕੁਐਸਚਨ ਤੁਸੀਂ ਸਾਰੇ ਆਪਣੇ ਆਪ ਨੂੰ ਕਰਿਆ ਕਰੋ ਕਿ ਜੇ ਅਸੀਂ ਜਿਸ ਵੀ ਫੀਲਡ ਦੇ ਵਿੱਚ ਆ ਅਸੀਂ ਆਪਣੇ ਵਾਸਤੇ ਕਰ ਕੀ ਸਕਦੇ ਹਾਂ, ਠੀਕ ਹੈ। ਹੁਣ ਮੈਂ ਐਗਜ਼ਾਮਪਲ ਦਿੰਦਾ ਆ, ਇੱਕ ਵਾਰ 에ਅਰਪੋਰਟ ਦੀ ਗੱਲ ਹੈ, ਮੈਨੂੰ ਕਿਸੇ ਬਹੁਤ ਸੁਹਿਰਦ ਸੱਜਣ ਨੇ ਕਰੈਕਟ ਕੀਤਾ ਸੀਗਾ। 에ਅਰਪੋਰਟ ਤੇ ਸਿਕਿਉਰਿਟੀ ਦੇ ਵਿੱਚੋਂ ਮੈਂ ਲੰਘ ਰਿਹਾ ਸੀਗਾ ਤੇ ਮੇਰੇ ਕੜਾ ਜਿੱਦਾਂ ਤੁਸੀਂ ਹੁਣ ਵੀ ਦੇਖੋ ਦੋਵਾਂ ਹੱਥਾਂ ਤੇ ਪਾਇਆ ਹੋਇਆ, ਮੈਂ ਲੰਘ ਰਿਹਾ ਸੀਗਾ ਤਾਂ ਉਹਨਾਂ ਨੇ ਮੈਨੂੰ ਕਿਹਾ ਯਾਰ ਆਪਣੇ ਨਾ ਕੜੇ ਉਤਾਰ ਦੇ, 2 ਮਿੰਟ ਉਤਾਰਨ ਨਾਲ ਕੋਈ ਫਰਕ ਨਹੀਂ ਪੈਣਾ। ਮੈਂ ਕਿਹਾ ਪਰ ਲੋੜ ਕੀ ਆ, ਉਹ ਮਨਾ ਥੋੜੀ ਕਰਦੇ ਕੜਿਆਂ ਤੋਂ। ਕਹਿੰਦਾ ਉਹ ਮਨਾ ਤੇ ਨਹੀਂ ਕਰਦਾ, ਪਰ ਜਦੋਂ ਤੂੰ ਨਿਕਲੇਗਾ ਨਾ ਸਿਕਿਉਰਿਟੀ ਚੈਂਬਰ ਚੋਂ ਤਾਂ ਇੱਥੇ ਬੀਪ ਦੀ ਸਾਊਂਡ ਆਊਗੀ ਤੇ ਤੇਰੇ ਪਿੱਛੇ ਖੜੇ ਬੰਦੇ ਨੂੰ ਲੱਗਣਾ ਕਿ ਯਾਰ ਸਰਦਾਰ ਜਦੋਂ ਲੱਗਦੇ ਨਾ ਬੀਪ ਹੁੰਦਾ ਇਹਨਾਂ ਕੋਲ ਕੁਛ ਨਾ ਕੁਛ ਹੁੰਦਾ। ਕਹਿੰਦਾ ਸਾਡਾ ਅਕਸ ਦਿਖਦਾ ਹੈ, ਜੇ ਬੀਪ ਨਹੀਂ ਹੋਊਗਾ ਤਾਂ ਸਾਡੀ ਇਮੇਜ ਵਧੂਗੀ। ਤੂੰ 2 ਮਿੰਟ ਲਈ ਕੜੇ ਉਤਾਰ ਲੇਗਾ ਤਾਂ ਕੋਈ ਇੱਥੇ ਕੋਈ ਪਹਾੜ ਨਹੀਂ, ਕੋਈ ਚੱਕਰ ਨਹੀਂ ਚਲ ਚੱਲਿਆ, ਕਿਰਪਾਨ ਵੀ ਤਾਂ ਉਤਾਰੀ ਹੈ ਨਾ, ਕੋਈ ਗੱਲ ਨਹੀਂ। ਔਰ ਉਸ ਗੱਲ ਨੇ ਮੈਨੂੰ ਵਾਕਈ ਇਹ ਅੰਦਰੋਂ ਅੰਦਰ ਇੱਕ ਚੀਜ਼ ਦਾ ਅਹਿਸਾਸ ਕਰਾਇਆ ਕਿ ਹਾਂ ਅਸੀਂ ਜਿੱਥੇ ਵਿਚਰਦੇ ਹਾਂ ਅਸੀਂ ਇਕੱਲੇ ਨਹੀਂ ਜਾਂਦੇ, ਸਾਡਾ ਸਾਰਾ ਸੱਭਿਆਚਾਰ, ਸਾਡੀ ਕੌਮ, ਸਾਡਾ ਪਿਛਲਾ ਸਾਰਾ ਪੰਜਾਬ ਸਾਡੇ ਨਾਲ ਜਾਂਦਾ ਹੈ, ਸਾਡੇ ਨਾਲ ਟਰੈਵਲ ਕਰਦਾ ਹੈ। ਔਰ ਅਸੀਂ ਜਿੱਥੇ ਵੀ ਕਿਤੇ ਗਲਤੀ ਕਰਦੇ ਹਾਂ ਨਾ, ਉਹ ਗਲਤੀ ਸਿਰਫ ਸਾਨੂੰ ਨਹੀਂ ਭੁਗਤਣੀ ਪੈਂਦੀ, ਸਾਡੇ ਨਾਲ ਸੰਬੰਧਿਤ ਹਰ ਬੰਦੇ ਨੂੰ, ਸਾਡੀ ਕੌਮ ਤੱਕ ਨੂੰ ਭੁਗਤਣੀ ਪੈ ਜਾਂਦੀ ਹੈ। ਬੰਬੇ ਦੇ ਵਿੱਚ ਰਹਿੰਦੇ ਹਨ, ਮੇਰਾ ਇੱਕ ਸਾਊਥ ਇੰਡੀਅਨ ਫਰੈਂਡ ਹੈ, ਉਹਦੇ ਨਾਲ ਬੈਠਿਆਂ ਇੱਕ ਵਾਰੀ ਗੱਲ ਹੋਈ, ਕਹਿੰਦਾ ਯਾਰ ਤੁਹਾਡੇ ਨਾ ਪੰਜਾਬ ਤੋਂ ਚੰਗੇ ਸਿੰਗਰਸ ਨਹੀਂ ਹੈਗੇ। ਮੈਂ ਕਿਹਾ ਨਹੀਂ ਇਦਾਂ ਦੀ ਗੱਲ ਨਹੀਂ ਹੈਗੇ। ਕਹਿੰਦਾ ਬਟ ਆਈ ਕਾਂਟ ਫਾਈਂਡ ਐਨੀਵਨ ਆਫ them। ਮੈਂ ਕਿਹਾ ਕਿਉਂ, ਤੈਨੂੰ ਕਿਉਂ ਨਹੀਂ ਲੱਭੇ? ਕਹਿੰਦਾ ਦੇਖੀ ਹੋਣੇ, ਉਹਨੇ ਸਰਚ ਕੀਤਾ ਟੌਪ 5 ਸਿੰਗਰਸ ਇਨ ਪੰਜਾਬ। ਤੁਸੀਂ ਦੱਸੋ ਨਾ ਪੰਜਾਬ 'ਚ ਕਿਸੇ ਚੰਗੇ ਦਾ ਨਾਮ ਆਊਗਾ? ਮੈਂ ਕਿਹਾ ਫਿਰ ਮੈਨੂੰ ਨਾਮ ਦੱਸੇ, ਮੈਂ ਕਿਹਾ ਸੁਣਾ ਵੀ ਪੰਜਾਬੀ ਸੀ, ਆ ਵੀ ਪੰਜਾਬੀ ਸੀ, ਆ ਹੁਣ ਮੌਕੇ ਤੇ ਆ ਬੰਦਾ ਵੀ ਗਾ ਰਿਹਾ, ਆ ਵੀ ਗਾ ਰਿਹਾ। ਫਿਰ ਉਹਨੂੰ ਲੱਗਿਆ ਕਿ ਹਾਂ ਯਾਰ ਪੰਜਾਬ ਦੇ ਵਿੱਚ ਟੈਲੈਂਟ ਹੈਗਾ। ਅਸੀਂ ਸਿਰਫ ਮਤਲਬ ਲੋਕਾਂ ਦੀ ਵਾਹਵਾਹੀ ਖੱਟਣ ਵਾਸਤੇ, ਜਦੋਂ ਮੈਂ ਐਰਿਸਟੋਟਲ ਦੀ ਗੱਲ ਕੀਤੀ ਸੀ ਕਿ ਬਹੁਤਾਤ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਸਿਰਫ ਵਾਹਵਾਹੀ ਵਾਸਤੇ ਲਿਖਦੇ ਨੇ, ਉਹਨਾਂ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਸਿਰਫ ਪੈਸਾ ਤੇ ਫੇਮ ਚਾਹੀਦਾ ਹੈ। ਪਰ ਤੁਸੀਂ ਜੇ ਸੱਚੇ ਆਰਟਿਸਟ ਹੋ, ਪਹਿਲੀ ਗੱਲ ਤਾਂ ਸ਼ੌਕ ਹੋਣਾ ਚਾਹੀਦਾ ਕਿ ਹਾਂ ਯਾਰ
मैं सच्ची समर्पित हाँ अपने आप को। जे तुसी समर्पित नहीं फिर रहन दो यार। मैं भी तो मैंने पता सी मैं चंगा इंजीनियर नहीं बनना, नहीं मैं गया हुंदा हुण कोई पुल तोड़ देना सी, है ना। सो इस करके ਜਿਹੜੇ ਕੰਮ ਦੇ ਵਿੱਚ ਤੁਹਾਡੀ ਰੂਹ ਵਸਦੀ ਹੈ ਨਾ, ਸਿਰਫ ਉਸੇ ਨੂੰ ਹੀ ਆਪਣਾ ਪ੍ਰੋਫੈਸ਼ਨ ਅਡਾਪਟ ਕਰੋ, ਠੀਕ ਹੈ। In academics with us and I request sir to see ਸੋ ਤੁਸੀਂ ਦੇਖ ਸਕਦੇ ਆ ਕਿ ਵੀਰ ਸਿੰਘ ਜੀ ਸਾਡੇ ਯੂਨੀਵਰਸਿਟੀ ਪਹੁੰਚੇ ਹੋਏ ਸੀਗੇ ਤੇ ਸਤਿ ਸ਼੍ਰੀ ਅਕਾਲ ਸਰ। ਮੇਰੇ ਵੱਲੋਂ ਵੀਰ ਨੂੰ ਬਹੁਤ ਸ਼ੁਭਕਾਮਨਾਵਾਂ। ਬਲੌਗਿੰਗ ਕਰਦੇ ਨੇ, ਖੁਸ਼ ਰਹੋ, ਚੰਗੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਓ, ਲੋਕਾਂ ਦੇ ਪ੍ਰਮੋਟ ਕਰੋ ਔਰ ਮੇਰੇ ਵੱਲੋਂ ਬਹੁਤ ਦੁਆਵਾਂ। ਥੈਂਕ ਯੂ। ਨਹੀਂ ਤੂੰ ਜਾਗਰਨ ਦੀ ਪਰਚੀ ਓਏ ਚੱਲ ਚੱਲ ਚਲੋ ਇਹ ਜਾਗਰਨ ਦੀ ਪਰਚੀ ਕੱਟਣ ਆਇਆ, ਖੜਾ ਹੋ ਗਿਆ ਭਰਾਵਾ। ਉਹ ਖੜ ਜਾਓ ਧਿਆਨ ਨਾਲ। ਹਾਂਜੀ ਸੋ ਗਾਈਜ਼ ਤੁਸੀਂ ਦੇਖਿਆ ਕਿ ਸਾਡੇ ਯੂਨੀਵਰਸਿਟੀ ਅੱਜ ਪਹੁੰਚੇ ਸੀਗੇ ਵੀਰ ਸਿੰਘ ਹੁਣੀ ਤੇ ਉਹਨਾਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਤੇ ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੇ ਬਹੁਤ ਹੀ ਰਿਸਪੈਕਟ ਨਾਲ ਸਾਰਿਆਂ ਨੂੰ ਬੁਲਾਇਆ ਤੇ ਉਹਨਾਂ ਨੇ ਸਾਨੂੰ ਬਹੁਤ ਕੁਝ ਸਮਝਾਇਆ ਕਿ ਵਧੀਆ ਚੀਜ਼ਾਂ ਸੁਣੋ ਤੇ ਵਧੀਆ ਗੱਲਾਂ ਨੂੰ ਤੁਸੀਂ ਪ੍ਰਮੋਟ ਕਰੋ ਤੇ ਜੋ ਵੀ ਤੁਸੀਂ ਕਰਨਾ ਆਪਣੀ ਲਾਈਫ 'ਚ ਵਧੀਆ ਕਰੋ ਤੇ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਵੱਡੀ ਗੱਲ ਇਹ ਕਿ ਉਹ ਬਹੁਤ ਹੀ ਜ਼ਿਆਦਾ ਵਧੀਆ ਨੇਚਰ ਦੇ ਇਨਸਾਨ ਹੈ। ਸਾਡੀਆਂ ਸਾਰੇ ਵੀਡੀਓ ਨੂੰ ਦੇਖੋ ਤੇ ਆਹ ਵੀਡੀਓ ਨੂੰ ਵੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆ। ਇੱਥੇ ਹੀ ਅੱਜ ਦੀ ਵਲੌਗ ਦੀ ਐਂਡਿੰਗ ਕਰਦੇ ਹਾਂ ਤੇ ਮਿਲਦੇ ਆਪਾਂ ਅਗਲੇ ਵਲੌਗ ਵਿੱਚ।